D4 न्यूज़ देख रहे तमाम दोस्तों को दीपक भंडारी का नमस्कार। कोरोना के केस लगातार कम होते जा रहे हैं, लेकिन लोगों को अभी भी डर है कि कोविड-19 का इलाज करने वाले अस्पताल में जाएंगे कि कहीं कोविड का शिकार ना हो जाएं। ये मिथ कहाँ तक सही है, और इसके अलावा पोस्ट कोविड को पेशेंट जो हैं जिन्हें कोविड हो चुका है उन्हें अब किन किन समस्याओं से गुजरना पड़ रहा है, यानी उन्हें कौन सी बीमारियां घेर रही हैं, इन सभी को लेकर हम पहुंचे आज EMC सुपर स्पेशलिटी हॉस्पिटल में, जहां हम बात करेंगे। हमारे साथ हैं EMC सुपर स्पेशलिटी हॉस्पिटल के MD हैं पवन अरोड़ा और क्रिटिकल केयर स्पेशलिस्ट हैं डॉक्टर पंकज सोनी। पहले बात करेंगे पवन अरोड़ा के साथ। पवन जी नमस्कार। नमस्कार। सारे D4 न्यूज़ चैनल थोड़ा स्वागत है। पवन जी कोविड खत्म होने ਦੇ ਕਗਾਰ ਤੇ हैं, ਲੋਕਾਂ ਦੇ ਇੱਕ ਮਨ 'ਚ ਡਰ ਸੀਗਾ ਵੀ ਅਸੀਂ ਕੋਵਿਡ ਜਿੱਥੇ ਖਾਸ ਕਰਕੇ ਉਸ ਹਸਪੀਟਲ ਜਿੱਥੇ ਕੋਵਿਡ ਦਾ ਟ੍ਰੀਟਮੈਂਟ ਹੋ ਰਿਹਾ ਉੱਥੇ ਜਾਵਾਂਗੇ ਤੇ ਅਸੀਂ ਕਿਤੇ ਕੋਵਿਡ ਦਾ ਸ਼ਿਕਾਰ ਨਾ ਹੋ ਜਾਈਏ। ਇਹ ਮਿਥ ਕਿੱਥੋਂ ਤੱਕ ਠੀਕ ਹੈ? ਬੜਾ ਵਧੀਆ ਸਵਾਲ ਭੰਡਾਰੀ ਸਾਹਿਬ ਤੁਸੀਂ ਪੁੱਛਿਆ। ਪਹਿਲੇ ਤਾਂ D4 ਨਿਊਜ਼ ਦੇ ਸਰੋਤਿਆਂ ਨੂੰ ਮੇਰਾ ਨਮਸਕਾਰ। ਜਿਹੜੇ ਅੱਜ ਲੋਕਾਂ ਨੂੰ ਇੱਕ ਐਪਰੀਹੈਂਸ਼ਨ ਹੈਗੀ ਹੈ ਹਸਪੀਟਲਾਂ 'ਚ ਆਉਣ ਦੀ ਕਿ ਜਿਹੜੇ ਵੱਡੇ ਵੱਡੇ ਹਸਪੀਟਲ ਸਾਰੇ ਕੋਵਿਡ ਦਾ ਇਲਾਜ ਜਿਹੜੇ ਉਹ ਕਰਨ ਲੱਗ ਪਏ ਨੇ ਤੇ ਅਸੀਂ ਉੱਥੇ ਜਾਵਾਂਗੇ ਤੇ ਕੋਵਿਡ ਦੇ ਇਨਫੈਕਸ਼ਨ ਹੋਣ ਦਾ ਡਰ ਹੈ। ਬੜਾ ਵੈਲਿਡ ਕੁਐਸਚਨ ਹੈਗਾ। ਦੇਖੋ, ਗੌਰਮੈਂਟ ਦੀ ਜਿਹੜੀ ਪਰਮਿਸ਼ਨ ਹੈ ਕੋਵਿਡ ਟ੍ਰੀਟਮੈਂਟ ਕਰਨ ਦੀ, ਉਹ ਪਰਮਿਸ਼ਨ ਦੇ ਮਤਲਬ ਜਿਹੜੇ ਨੋਰਮਸ ਨੇ ਉਹ ਹੁੰਦੇ ਕਿ ਹਰ ਹਸਪੀਟਲ ਦੇ ਜਿਹੜਾ ਕੋਵਿਡ ਦਾ ਇਲਾਜ ਕਰੇਗਾ ਉਹਦੇ 2 ਐਂਟਰੀਆਂ ਹੋਣੀ ਚਾਹੀਦੀਆਂ। EMC ਦਾ ਜਦੋਂ ਦਾ ਅੰਮ੍ਰਿਤਸਰ ਦਾ ਫਸਟ ਹਸਪੀਟਲ ਸੀ ਜਿਹਨੇ ਕੋਵਿਡ ਸਟਾਰਟ ਕੀਤਾ, ਔਰ ਤੁਹਾਡੀ ਜਾਣਕਾਰੀ ਲਈ ਸਰੋਤਿਆਂ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਕਿ EMC ਹਸਪੀਟਲ ਦੀ ਇੱਕ ਵੱਖਰੇ ਕੰਪਲੈਕਸ ਦੇ ਵਿੱਚ ਕੋਵਿਡ ਦੇ ਟ੍ਰੀਟਮੈਂਟ ਦੀ ਪਰਮਿਸ਼ਨ ਸੀ ਔਰ ਵੱਖਰੇ ਕੰਪਲੈਕਸ ਵਿੱਚ ਹੀ ਉਹਦਾ ਇਲਾਜ ਹੋ ਰਿਹਾ ਸੀ। ਜਿਹੜਾ ਸਾਡਾ ਜਨਰਲ ਕੰਪਲੈਕਸ ਹੈ ਜਿਹਦੇ 'ਚ ਬਾਕੀ ਜਿਹੜਾ ਨੌਨ ਕੋਵਿਡ ਡਿਪਾਰਟਮੈਂਟ ਹੈਗੇ ਆ, ਉਹ ਸਾਡਾ ਇੱਕ ਵੱਖਰਾ ਕੰਪਲੈਕਸ ਹੈ ਇਹਦੇ ਵਿੱਚ ਹੀ। ਤਾਂ ਸੋ ਲੋਕਾਂ ਨੂੰ ਬਿਲਕੁਲ ਡਰਨ ਦੀ ਇਹਦੇ 'ਚ ਲੋੜ ਨਹੀਂ ਹੈ ਕਿ ਕਿਸੇ ਵੀ ਦੂਸਰੀ ਬਿਮਾਰੀ ਨਾਲ ਜਾਂ ਨੌਨ ਕੋਵਿਡ ਪ੍ਰੋਬਲਮ ਨਾਲ ਅਗਰ ਮਰੀਜ਼ ਹਸਪੀਟਲ ਵਿੱਚ ਆਉਂਦਾ ਹੈ ਤਾਂ ਉਹਨੂੰ ਇਨਫੈਕਸ਼ਨ ਹੋਣ ਦੇ ਕੋਈ ਚਾਂਸਿਸ ਨਹੀਂ ਹੈ, ਬਿਕੋਜ਼ ਇਹ ਸਾਡਾ ਵੱਖਰਾ ਯੂਨਿਟ ਹੈ। ਜੀ ਸਟਰਲਾਈਜੇਸ਼ਨ ਨੂੰ ਲੈ ਕੇ ਕਿਆ ਮਾਪਦੰਡ ਅਪਣਾਏ ਜਾਂਦੇ ਆ ਆਪਣੇ ਹਸਪੀਟਲ ਵੱਲੋਂ? ਦੇਖੋ, EMC 200 ਬੈੱਡ ਦਾ NABH ਅਪਰੂਵਡ ਹਸਪੀਟਲ ਹੈ, ਜਿਹਦੇ ਵਿੱਚ ਇੱਕ ਇਨਫੈਕਸ਼ਨ ਕੰਟਰੋਲ ਕਮੇਟੀ ਟੀਮ ਬਣੀ ਹੋਈ ਹੈ। ਇਨਫੈਕਸ਼ਨ ਕੰਟਰੋਲ ਕਮੇਟੀ ਟੀਮ ਦਾ ਜਿਹੜਾ ਮੇਨ ਮੁੱਢਲਾ ਕੰਮ ਹੈ ਉਹ ਹੈਗਾ ਕਿ ਹਸਪੀਟਲ ਦੇ ਸਾਰੇ ਡਿਪਾਰਟਮੈਂਟਾਂ ਨੂੰ ਇਨਫੈਕਸ਼ਨ ਮੁਕਤ ਕਰਨਾ। ਹੁਣ ਉਹਦੇ ਵਿੱਚ ਦੇਖੋ, ਉਹ ਟੀਮ ਦੇ ਵਿੱਚ 4 ਬੰਦੇ ਨੇ, ਜਿਹਦੇ 'ਚ ਇਨਫੈਕਸ਼ਨ ਕੰਟਰੋਲ ਨਰਸ ਹੈਡ ਹੁੰਦੀ ਹੈ, ਮਾਈਕਰੋਬਾਇਓਲੋਜਿਸਟ ਹੁੰਦੇ ਨੇ, ਔਰ ਉਹਨਾਂ ਵਿੱਚ ਕੀ ਹੈ ਕਿ ਸਟ੍ਰੈਚਰ, ਵੀਲ ਚੇਅਰ ਤੋਂ ਲੈ ਕੇ ਬੈੱਡ, ਰੂਮ, ICU, ਉਹਨਾਂ ਦੀ ਸਟਰਲਾਈਜੇਸ਼ਨ ਦਾ ਜੋ ਉਹਨਾਂ ਦੇ ਨੋਰਮਸ ਹੈਗੇ ਆ ਐਜ਼ ਪਰ ਇਨਫੈਕਸ਼ਨ ਕੰਟਰੋਲ ਕਮੇਟੀ ਦੇ, ਉਹਨੂੰ ਪ੍ਰੋਪਰ ਫੋਲੋ ਕਰਦੇ ਆ। ਔਰ ਦਿਨ 'ਚ 2 ਵਾਰੀ ਨੌਨ ਕੋਵਿਡ ਔਰ ਕੋਵਿਡ ਦੋਨਾਂ ਡਿਪਾਰਟਮੈਂਟਾਂ ਦੇ ਜਿਹੜਾ ਇਨਫੈਕਸ਼ਨ ਕੰਟਰੋਲ ਕਮੇਟੀ ਦੇ ਅੰਦਰ ਸਪਰੇਅ ਕੀਤਾ ਜਾਂਦਾ ਹੈ। ਟਾਈਮਲੀ ਉਹਨਾਂ ਜਿਹੜਾ ਫਿਊਮੀਗੇਸ਼ਨ ਜਿਹੜੀ ਕੀਤੀ ਜਾਂਦੀ ਹੈ ਕੰਟਰੋਲ ਕਮੇਟੀ ਦੁਆਰਾ। NABH ਹਸਪੀਟਲ ਹੋਣ ਦਾ ਇੱਕੋ ਹੀ ਵਾਧਾ ਕਿ ਉਹਦੇ 'ਚ ਇਨਫੈਕਸ਼ਨ ਕੰਟਰੋਲ ਕਮੇਟੀ ਆਟੋਮੈਟਿਕ ਆਪਣਾ ਕੰਮ ਕਰਦੀ ਰਹਿੰਦੀ ਹੈ। ਲੋਕਾਂ ਦੇ ਬਚਾਅ ਵਿੱਚ ਇਹ ਬੜਾ ਇੱਕ ਅਹਿਮ ਰੋਲ ਨਿਭਾਉਂਦੀ ਹੈ। ਪਵਨ ਜੀ, ਉਹਦੇ 'ਚ ਤੁਸੀਂ ਇੱਕ ਜੋੜ ਦਿੰਦੇ, ਜਿਹੜਾ ਮੈਂ ਤੁਹਾਨੂੰ ਸਵਾਲ ਪੁੱਛਿਆ ਸੀ ਵੀ ਕੋਵਿਡ ਨੂੰ ਲੋਕਾਂ ਦਾ ਡਰ ਕਿਉਂ ਹੈ, ਤੁਸੀਂ ਖੁਦ ਐਗਜ਼ਾਮਪਲ ਹੋ ਵੀ ਤੁਹਾਡੇ ਕੋਲ 200-250 ਮਰੀਜ਼ ਰਹਿੰਦੇ ਰਹੇ ਕੋਵਿਡ ਦੇ, ਤੇ ਤੁਹਾਨੂੰ ਕੋਵਿਡ ਨਹੀਂ ਹੋਇਆ ਤੇ ਲੋਕਾਂ ਨੂੰ ਕਿੱਥੋਂ ਹੋਏਗਾ? ਸਰ ਦੇਖੋ, ਕੋਵਿਡ ਕਿਸੇ ਦਾ ਵੀ ਸਗਾ ਨਹੀਂ ਹੈ। ਜਦੋਂ ਅਸੀਂ ਲੋਕ ਕੋਵਿਡ ਦੇ ਪ੍ਰਤੀ ਸਜਗ ਨਹੀਂ ਰਹਿੰਦੇ ਜਾਂ ਮਾਸਕ ਨਹੀਂ ਪਾਉਂਦੇ ਜਾਂ ਅਸੀਂ ਪੇਸ਼ੈਂਟ ਏਰੀਆ ਦੇ ਵਿੱਚ ਇਸ ਤਰ੍ਹਾਂ ਤੁਰੇ ਫਿਰਦੇ ਹਾਂ ਤਾਂ ਡੈਫੀਨੇਟਲੀ ਉਹ ਦੇਖੋ ਇਹ ਕਿਸੇ ਨੂੰ ਵੀ ਹੋ ਸਕਦਾ ਵਾ। ਅਸੀਂ ਲੋਕੀ ਅਜੇ ਤੱਕ ਜਿੰਨੇ ਪ੍ਰੀਕਾਸ਼ਨ ਲੈ ਸਕਦੇ ਸੀ ਉਹ ਲੈ ਰਹੇ ਹਾਂ। ਬਾਕੀ ਜਿਹੜੀ ਸਰਕਾਰ ਵੱਲੋਂ ਗਾਈਡਲਾਈਨ ਜਾਰੀ ਹੋਈ ਹੈ, ਲੋਕਾਂ ਵੱਲੋਂ ਜਿਹੜੀਆਂ ਗਾਈਡਲਾਈਨ ਲੋਕਾਂ ਨੂੰ ਸਜਗ ਰਹਿਣ ਵਾਸਤੇ ਜਾਰੀ ਹੋ ਰਹੀਆਂ, ਲੋਕ ਉਹਨਾਂ ਦਾ ਪਾਲਣ ਕਰਨਗੇ ਤਾਂ ਡੈਫੀਨੇਟਲੀ ਕੋਵਿਡ ਖਤਮ ਹੋਏਗਾ। ਅੱਛਾ ਪਵਨ ਜੀ, ਕੋਵਿਡ ਦੇ ਦੌਰਾਨ ਤੁਹਾਡਾ ਆਲਮੋਸਟ ਹਸਪੀਟਲ ਫੁੱਲ ਰਿਹਾ, ਮਰੀਜ਼ਾਂ ਨੂੰ ਦਾਖਲ ਕਰਨ ਦੀ ਜਗ੍ਹਾ ਨਹੀਂ ਸੀ। ਤੁਹਾਡੇ ਕੋਲ ਸੁਪਰ ਸਪੈਸ਼ਲਿਟੀ ਹਸਪੀਟਲ ਹੈ, ਦੂਸਰੀ ਸਪੈਸ਼ਲਿਟੀ ਦੇ ਸੁਪਰ ਸਪੈਸ਼ਲਿਟੀ ਡਾਕਟਰ, ਕਿਆ ਉਹਨਾਂ ਦਾ ਕੀ ਰੋਲ ਰਿਹਾ ਕਿ ਉਹਨਾਂ ਦਿਨਾਂ 'ਚ ਉਹਨਾਂ ਦਾ ਕੰਮ ਘਟਤਾ ਸੀ ਜਾਂ ਉਹਨਾਂ ਦੀ OPD ਬੰਦ ਕਰਤੀ ਗਈ ਸੀਗੀ? ਨਹੀਂ, ਡੈਫੀਨੇਟਲੀ ਸਰ ਉਹਨਾਂ ਦੀ OPD ਨਹੀਂ ਬੰਦ ਕੀਤੀ ਗਈ, ਲੇਕਿਨ OPD ਆਟੋਮੈਟਿਕ ਘੱਟ ਹੋ ਜਾਂਦੀ ਹੈ ਜਦੋਂ ਕੋਵਿਡ ਦਾ ਪ੍ਰਕੋਪ ਸੈਕਿੰਡ ਵੇਵ 'ਚ ਜ਼ਿਆਦਾ ਆਇਆ। ਜਿਹੜੇ ਕੋਮੋਰਬਿਡਿਟੀ ਦੇ ਜਿਹੜੇ ਪੇਸ਼ੈਂਟ ਹੁੰਦੇ ਆ, ਜਿਨ੍ਹਾਂ ਨੂੰ ਦੂਜੀ ਤਰ੍ਹਾਂ ਦੀ ਹਾਰਟ ਦੀ ਪ੍ਰੋਬਲਮ ਹੈ, ਲੀਵਰ ਦੀ ਪ੍ਰੋਬਲਮ ਹੈ, ਇਹ ਲੋਕ ਆਟੋਮੈਟਿਕ ਘੱਟ ਆਏ ਨੇ। ਲੇਕਿਨ
ਜਿਹੜੀ ਸਾਡੀ ਡਾਕਟਰ ਟੀਮ ਹੈ ਸਾਰੀ ਸੁਪਰ ਸਪੈਸ਼ਲਿਟੀ ਦੀ, ਉਹਨਾਂ ਨੇ ਕੋਵਿਡ ਵਿੱਚ ਵੀ ਕੰਮ ਕੀਤਾ ਹੈ ਕਿਉਂਕਿ ਪੇਸ਼ੈਂਟ ਕੋ ਮੋਰਬਿਡਿਟੀ ਦੇ ਆਉਂਦੇ ਸੀ ਕੋਵਿਡ ਵਿੱਚ। ਸੋ ਆਪਣਾ ਇੰਡੋਰ ਦਾ ਕੰਮ ਕਰ ਰਹੇ ਸੀ, ਲੇਕਿਨ ਨੌਨ ਕੋਵਿਡ ਦੀਆਂ ਜਿਹੜੀਆਂ ਓਪੀਡੀਜ਼ ਹੈਗੀਆਂ ਹੁਣ ਸਾਡੀਆਂ ਜਿਹੜੀਆਂ ਵਾਪਸ ਉਸੇ ਢਰਰੇ ਤੇ ਵਾਪਸ ਆ ਗਈਆਂ। ਉਸੇ ਤਰ੍ਹਾਂ ਲੋਕ ਜਿਨ੍ਹਾਂ ਨੂੰ ਲੋੜ ਪੈ ਰਹੀ ਹੈ ਉਹ ਆਟੋਮੈਟਿਕ ਆ ਕੇ ਉਹਨਾਂ ਨੂੰ ਚੈੱਕਅਪ ਕਰਾ ਰਹੇ। ਅੱਛਾ ਪਵਨ ਜੀ, ਤੁਹਾਡੇ ਸਰਕਾਰ ਨੇ OPD ਵੀ ਬੰਦ ਕਰਤੀ ਸੀ, ਤੁਸੀਂ ਕਿਹਾ ਵੀ ਤੁਹਾਡੀ ਚੱਲਦੀ ਰਹੀ, ਬਟ ਪੇਸ਼ੈਂਟ ਕੰਪੈਰੇਟਿਵਲੀ ਘੱਟ ਕੇ ਹੋ ਗਿਆ ਸੀ। ਇੱਕ ਇਲੈਕਟਿਵ ਸਰਜਰੀਆਂ ਤੇ ਰੋਕ ਲਾਤੀ ਗਈ ਸੀ ਸਰਕਾਰ ਵੱਲੋਂ, ਕਿਆ ਉਹ ਇਲੈਕਟਿਵ ਸਰਜਰੀਆਂ ਹੁਣ ਖੁੱਲ੍ਹ ਗਈਆਂ? ਜਦੋਂ ਤੱਕ ਸਰਕਾਰ ਦੀ ਗਾਈਡਲਾਈਨ ਸੀ ਇਲੈਕਟਿਵ ਸਰਜਰੀ ਬਾਰੇ, ਸਾਡੇ ਜਿਹੜੇ ਮੈਡੀਕਲ ਡਾਇਰੈਕਟਰ ਨੇ ਉਹਨਾਂ ਨੇ ਬਿਲਕੁਲ ਨੋਰਮਸ ਨੂੰ ਫੋਲੋ ਕਰਦੇ ਹੋਏ ਆਪਣੀ ਸਰਜਰੀਆਂ ਸਟਾਪ ਕੀਤੀਆਂ। ਜਦੋਂ ਗਾਈਡਲਾਈਨ ਦੇ ਵਿੱਚ ਦੁਬਾਰਾ ਛੂਟ ਦਿੱਤੀ ਗਈ ਹੈ ਤਾਂ ਮੈਡੀਕਲ ਡਾਇਰੈਕਟਰ ਵੱਲੋਂ ਆਟੋਮੈਟਿਕ ਜਿਹੜੇ ਜਨਰਲ ਸਰਜਰੀ ਡਿਪਾਰਟਮੈਂਟ ਨੂੰ ਇੰਸਟਰਕਸ਼ਨ ਦਿੱਤੀ ਗਈ ਕਿ ਤੁਸੀਂ ਇਲੈਕਟਿਵ ਸਰਜਰੀਆਂ ਕਰ ਸਕਦੇ ਜੇ, ਜਿਹਦੇ 'ਚ ਗਾਇਨੀ ਹੈ, ਸਰਜਰੀਅਨ ਹੈ, ਲੈਪਕੋਲੀਆਂ, ਜੋ ਵੀ ਵਟਸਐਵਰ ਮੈਡੀਕਲ ਪਾਰਟ ਹੈਗਾ ਉਹ ਦੇਖ ਰਹੇ ਨੇ। ਸੋ ਐਜ਼ ਪਰ ਗਵਰਨਮੈਂਟ ਦੀ ਗਾਈਡਲਾਈਨ ਮੁਤਾਬਕ ਕੰਮ ਕੀਤਾ ਜਾ ਰਿਹਾ। ਤੁਹਾਡੇ ਕਿਹੜੇ ਜਿਹੜੇ ਡਿਪਾਰਟਮੈਂਟ ਜਿਹੜੇ ਵਿੰਗ ਨੇ ਐਕਟੀਵੇਟ ਹੋ ਚੁੱਕੇ ਹਨ? ਸਰ ਆਲਮੋਸਟ 99% ਸਾਡੇ ਜਿਹੜੇ ਵਿੰਗ ਨੇ ਸੁਪਰ ਸਪੈਸ਼ਲਿਟੀ, ਜਿਵੇਂ ਹਾਰਟ ਦੇ ਕੈਥ ਲੈਬ ਸੀਗੀ ਤੁਹਾਡੇ ਕੋਲ, ਕੈਥ ਲੈਬ ਦੇ ਲੋਕੀ ਕੈਥ ਲੈਬ ਵਾਲੇ ਪੇਸ਼ੈਂਟ ਆ ਰਹੇ ਆ, ਐਂਡੋਸਕੋਪੀ ਕਰਾਉਣ ਪੇਸ਼ੈਂਟ ਲੋਕੀ ਆ ਰਹੇ ਆ, ਗੈਸਟ੍ਰੋਐਂਟਰੋਲੋਜੀ ਡਿਪਾਰਟਮੈਂਟ, ਉਸ ਤੋਂ ਇਲਾਵਾ ਜੁਆਇੰਟ ਰਿਪਲੇਸਮੈਂਟ ਹੋਣੀਆਂ ਸ਼ੁਰੂ ਹੋ ਗਈਆਂ। ਇਸ ਤੋਂ ਇਲਾਵਾ ਜਿਹੜੇ ਵੀ ਆਪਣਾ ਨੈਫਰੋਲੋਜੀ ਡਿਪਾਰਟਮੈਂਟ 'ਚ ਕਿਡਨੀਆਂ ਦੇ ਲੋਕੀ ਜਿਹੜੇ ਪੇਸ਼ੈਂਟ ਸੀ, ਡਾਇਲਸਿਸ ਲੋਕੀ ਕਰਾਉਣਾ ਘੱਟ ਗਏ, ਐਮਰਜੈਂਸੀ ਡਾਇਲਸਿਸ ਹੀ ਹੋ ਰਹੇ ਸੀ। ਕੰਪੈਰੇਟਿਵਲੀ ਹਰ ਚੀਜ਼ ਜਿਹੜੀ ਘਟੀ ਸੀ ਉਹ ਸਾਰੇ ਡਿਪਾਰਟਮੈਂਟ ਵਾਪਸ ਆਪਣਾ ਕੰਮ ਕਰ ਰਹੇ ਆ। ਡਾਕਟਰ ਆਪਣੇ ਟਾਈਮ ਤੇ ਬਹਿ ਰਹੇ ਆ, ਮਰੀਜ਼ ਆਪਣੇ ਜਿਹਨਾਂ ਨੂੰ ਲੋੜ ਹੈਗੀ ਆ ਰਹੇ ਨੇ। ਪਵਨ ਜੀ, ਸ਼ਹਿਰ 'ਚ ਬੜੀ ਚਰਚਾ ਦੇਖੋ, ਜੇ ਅਸੀਂ ਕੋਵਿਡ ਦੇ ਦੌਰਾਨ ਕਰੀਏ, EMC ਸੁਪਰ ਕੁਝ ਚੁਣਿੰਦਾ ਹਸਪੀਟਲ ਨੇ ਜਿਨ੍ਹਾਂ ਨੇ ਬਹੁਤ ਅੱਛਾ ਕੰਮ ਕੀਤਾ, ਉਹਨਾਂ 'ਚ ਇੱਕ EMC ਸੁਪਰ ਸਪੈਸ਼ਲਿਟੀ ਹਸਪੀਟਲ ਦਾ ਵੀ ਨਾਂ ਆਉਂਦਾ ਹੈ। ਤੁਸੀਂ ਬਾਏ ਪ੍ਰੋਫੈਸ਼ਨ ਡਾਕਟਰ ਨਹੀਂ, ਬਟ ਪਿਛਲੇ 20 ਸਾਲਾਂ ਤੋਂ ਤੁਸੀਂ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਹੋ, ਤੇ ਤੁਹਾਡੀ ਸਫਲਤਾ ਦਾ ਰਾਜ ਕੀ ਹੈ? ਸਰ ਇਹਦੇ 'ਚ ਕੋਈ ਸਫਲਤਾ ਵਾਲੀ ਗੱਲ ਨਹੀਂ ਹੈਗੀ। ਬੇਸਿਕਲੀ ਕੀ ਹੈ ਕਿ ਅਸੀਂ ਲੋਕ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਹਾਂ। ਮੈਂ ਜ਼ਰੂਰ ਨੌਨ ਮੈਡੀਕਲ ਹਾਂ, ਮੇਰੇ ਦੋਨੇ ਬੇਟੇ ਡਾਕਟਰ ਹੈ, ਜਿਹੜੇ ਇੱਕ ਮੇਰਾ ਬੇਟਾ ਇੰਟਰਨਸ਼ਿਪ ਕਰ ਰਿਹਾ MBBS ਕਰਨ ਤੋਂ ਬਾਅਦ, ਦੂਜਾ ਮੇਰਾ ਬੇਟਾ MBBS 1 ਸਾਲ ਪਹਿਲੇ ਕਰਕੇ ਆ ਗਿਆ, PG ਦੀ ਤਿਆਰੀ ਕਰ ਰਿਹਾ, ਮੇਰੇ ਨਾਲ ਮੇਰਾ ਕੰਮ ਦੇਖ ਰਿਹਾ। ਦੂਸਰੀ ਗੱਲ ਹੈਗੀ ਹੈ ਕਿ 20 ਸਾਲ ਤੋਂ ਹੀ EMC ਹਸਪੀਟਲ ਹਮੇਸ਼ਾ ਡਾਕਟਰਾਂ ਨੇ ਚਲਾਇਆ, ਪਵਨ ਅਰੋੜੇ ਨੇ ਨਹੀਂ ਚਲਾਇਆ। ਲੋਕਾਂ ਦੇ ਦਿਮਾਗ 'ਚ ਵਹਿਮ ਹੈ। ਆਈ ਐਮ ਨੌਨ ਮੈਡੀਕਲ, ਲੇਕਿਨ ਮੈਂ ਐਡਮਿਨਿਸਟ੍ਰੇਸ਼ਨ ਦਾ ਪਾਰਟ ਦੇਖਦਾ। ਮੈਂ ਕਦੀ ਕੋਈ ਅਰਾਊਂਡ ਕਰਨੇ ਜਾਂਦਾ, ਮੈਂ ਕੋਈ OPD ਨਹੀਂ ਦੇਖਦਾ। ਮੇਰਾ ਕੀ ਮਤਲਬ ਹੈ ਮੈਡੀਕਲ ਲਾਈਨ ਦੇ ਨਾਲ? ਮੇਰੇ ਕੋਲ ਸ਼ਹਿਰ ਦੇ ਟੌਪਰ ਮੈਡੀਕਲ ਡਾਇਰੈਕਟਰ ਦੀ ਪੋਸਟਾਂ ਦੇ ਬੰਦੇ ਹਰ ਵੇਲੇ ਰਹੇ ਆ, ਇਸ ਵੇਲੇ ਵੀ ਜਿਹੜੇ ਮੌਜੂਦ ਹੈ ਟੌਪਰ ਬੰਦੇ ਰਹੇ ਆ, ਉਹਨਾਂ ਦੀ ਜੌਬ ਹੈ, ਉਹ ਆਪਣਾ ਕੰਮ ਕਰ ਰਹੇ। ਔਰ ਮੈਂ ਇਸ ਹਸਪੀਟਲ ਦੀ ਸਫਲਤਾ ਔਰ ਮੇਰੀ ਸਫਲਤਾ ਵਿੱਚ ਡਾਕਟਰ ਨੂੰ ਹੀ ਜ਼ਿਆਦਾ ਸ਼੍ਰੇਅ ਦੇਣਾ ਕਿ ਡਾਕਟਰਾਂ ਕਰਕੇ ਹੀ ਇਹ ਸਾਰਾ ਸੰਭਵ ਹੋ ਪਾਇਆ। ਮੈਂ ਰੀਅਲੀ ਉਹਨਾਂ ਦਾ ਥੈਂਕਫੁਲ ਹਾਂ, ਡਾਕਟਰ ਟੀਮ ਦਾ, ਜਿਨ੍ਹਾਂ ਨੇ ਮੇਰੇ ਪਿਛਲੇ ਟੈਨਿਓਰ 'ਚ ਕੰਮ ਕੀਤਾ ਮੇਰੇ ਨਾਲ, ਜਿਹੜੇ ਮੇਰੇ ਹੁਣ ਕੰਮ ਕਰ ਰਹੇ। ਅਸੀਂ ਐਜ਼ ਏ ਪ੍ਰੋਫੈਸ਼ਨਲ ਕੰਮ ਕਰ ਰਹੇ। ਪਵਨ ਜੀ, ਤੁਸੀਂ ਕੁਝ ਹੋਰ ਦੱਸਣਾ ਚਾਹੋ? ਸਰ ਬਿਲਕੁਲ, ਮੈਂ ਤਾਂ ਸਿਰਫ ਲੋਕਾਂ ਦੇ, ਤੁਸੀਂ ਬੜਾ ਵਧੀਆ ਅੱਜ ਇੱਕ ਟੌਪਿਕ ਚੁਣਿਆ ਜਿਹਦੇ 'ਚ ਲੋਕਾਂ ਦਾ ਡਰ ਪੈਦਾ ਹੋ ਗਿਆ ਕਿ ਅਸੀਂ EMC ਹਸਪੀਟਲ ਕੋਵਿਡ ਸੈਂਟਰ ਬਣ ਗਿਆ, ਫੋਰਟਿਸ ਕੋਵਿਡ ਸੈਂਟਰ ਬਣ ਗਿਆ, ਜਿੰਨੇ ਵੱਡੇ ਸੈਂਟਰ ਹੈ ਉਹਨਾਂ 'ਚ ਕੋਵਿਡ ਦਾ ਇਲਾਜ ਹੋ ਰਿਹਾ, ਅਸੀਂ ਨਹੀਂ ਜਾਣਾ। ਲੇਕਿਨ ਮੈਂ ਤੇ ਐਜ਼ ਪਰ ਨੋਰਮਸ ਦੀ ਗੱਲ ਕਰ ਰਿਹਾ ਕਿ ਲੋਕਾਂ ਨੂੰ ਡਰਨ ਦੀ ਇਹਦੇ 'ਚ ਕੋਈ ਲੋੜ ਨਹੀਂ ਹੈ। ਹਸਪੀਟਲ ਪਹਿਲੀ ਗੱਲ ਹੈ ਉਦੋਂ ਹੀ ਆਵੋ ਜਦੋਂ ਬਹੁਤ ਜ਼ਿਆਦਾ ਲੋੜ ਹੋਵੇ। ਅਨਨੈਸੈਸਰੀ ਹਸਪੀਟਲ ਆਉਣ ਦਾ ਕੋਈ ਫਾਇਦਾ ਨਹੀਂ ਹੈ। ਆਪਣੇ ਦਾਖਲ ਮਰੀਜ਼ਾਂ ਦਾ ਵੀ ਜਿਹੜੇ ਅੰਦਰ ਹੈ ਉਹਨਾਂ ਨੂੰ ਘੱਟ ਤੋਂ ਘੱਟ ਪਤਾ ਲੈਣ ਆਵੋ। ਔਰ ਜੇ ਕੋਈ ਤੁਹਾਨੂੰ ਲੋੜ ਪੈਂਦੀ ਵੀ ਹੈ, ਨੌਨ ਕੋਵਿਡ ਸਾਡਾ ਜਿਹੜਾ ਡਿਪਾਰਟਮੈਂਟ ਵੱਖਰਾ ਚੱਲ ਰਿਹਾ, ਕੋਵਿਡ ਡਿਪਾਰਟਮੈਂਟ ਵੱਖਰਾ ਚੱਲ ਰਿਹਾ, ਟੀਮ ਉਹਨਾਂ ਦੀ ਵੱਖਰੀ ਹੈਗੀ ਹੈ। ਇਨਫੈਕਸ਼ਨ ਕੰਟਰੋਲ ਟੀਮ ਦੀ ਜਿਹੜੇ ਸਾਰੇ ਨੋਰਮਸ ਪੂਰੇ ਕੀਤੇ ਜਾ ਰਹੇ ਆ। ਸੋ ਕਿਸੇ ਕਿਸਮ ਦੀ ਘਬਰਾਹਟ ਦੀ ਕੋਈ ਲੋੜ ਨਹੀਂ ਹੈ। ਜਿਹਨੂੰ ਲੋੜ ਹੈਗੀ ਉਹ ਜ਼ਰੂਰ ਆਵੇ, ਜਿਹਨੂੰ नहीं लोड हैगी वो अपना जितना टालने की कोशिश करे वो करे। धन्यवाद हमारे साथ बात करने के लिए। देखिए पवन अरोड़ा हैं, 3 हॉस्पिटल चला रहे हैं बड़ी सफलतापूर्वक, पिछले 20 सालों से ही इसी इंडस्ट्री में हैं। इनका कहना है कि लोगों को घबराने की ज़रूरत नहीं है, पूरी नॉर्म्स फॉलो की जा रही हैं, किसी को ऐसी बात नहीं है अगर कोई इलाज कराने के लिए आएगा तो उसे भी कोविड हो जाएगा। हम बात करेंगे जिन लोगों को कोरोना हुआ था, जिनका इलाज हुआ, उन्हें पोस्ट जो है उसके बाद क्या इफेक्ट आ रहे हैं, मरीज किन बीमारियों का शिकार हो रहे हैं और उन्हें किन चीज़ों के लिए सावधान रहना है, इसके लिए हम बात करेंगे डॉक्टर पंकज सोनी के साथ। ये यहाँ EMC सुपर स्पेशलिटी हॉस्पिटल के ये क्रिटिकल केयर स्पेशलिस्ट हैं। डॉक्टर नमस्कार। नमस्कार भंडारी जी और D4 ਦੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ। डॉक्टर साहब, पोस्ट कोविड पेशेंट्स ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਇਫੈਕਟਸ ਲੈ ਕੇ ਆ ਰਹੇ? ਕਾਫੀ ਜ਼ਿਆਦਾ ਪ੍ਰੋਬਲਮ ਨੇ, ਕਈ ਤਰ੍ਹਾਂ ਦੀ ਬਿਮਾਰੀਆਂ ਦਾ ਸ਼ਿਕਾਰ ਹੋ ਗਏ, ਜਿਹੜੀ ਬਲੈਕ ਫੰਗਸ ਆ ਗਈ ਸੀ, ਯੈਲੋ ਫੰਗਸ ਆ ਗਈ ਸੀਗੀ, ਜਾਂ ਪੇਸ਼ੈਂਟਸ ਨੂੰ ਹਾਰਟ ਅਟੈਕ ਕਈਆਂ ਨੂੰ ਆ ਰਿਹਾ ਹੈ। ਇਹਨੂੰ ਲੈ ਕੇ ਕਿਆ ਲੋਕਾਂ ਨੂੰ ਕਿਆ ਕਰਨਾ ਚਾਹੀਦਾ, ਤੁਸੀਂ ਕਿਆ ਸੰਦੇਸ਼ ਦੇਣਾ ਚਾਹੁੰਦੇ ਹੋ? ਭੰਡਾਰੀ ਜੀ, ਤੁਸੀਂ ਇੱਕ ਸਵਾਲ ਦੇ ਵਿੱਚ ਨਾ ਪੂਰਾ ਇੱਕ ਚੈਪਟਰ ਖੋਲ ਦਿੱਤਾ ਬੇਸਿਕਲੀ। ਸਰ ਮੈਂ ਤਾਂ ਖੋਲ੍ਹਿਆ ਕਿਉਂਕਿ ਤੁਸੀਂ ਇਹਦੇ ਸਪੈਸ਼ਲਿਸਟ ਹੋ ਤੇ ਦੱਸੋਗੇ।
ਤੋਂ ਆਪਾਂ ਇੱਕ ਮਤਲਬ ਵਨ ਬਾਏ ਵਨ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲੇ ਤੇ ਜਿਹੜੇ ਪੇਸ਼ੈਂਟ ਮਾਈਲਡ ਡਿਜ਼ੀਜ਼ ਦੇ ਨਾਲ ਠੀਕ ਹੋ ਕੇ ਗਏ ਨੇ ਉਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਇੰਪੋਰਟੈਂਟ ਹੈ, ਪੋਸਟ ਕੋਵਿਡ ਆਪਾਂ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਹੈ। ਦੇਖੋ ਆਪਾਂ ਸਾਰੇ ਲੋਕ ਨਾ ਇਮਿਊਨਿਟੀ ਦੇ ਪਿੱਛੇ ਪਏ ਹੋਏ ਆ। ਇਮਿਊਨਿਟੀ ਜਿਹੜੀ ਸਾਡੀ ਹੈ ਨਾ ਉਹ ਬੇਸਿਕਲੀ ਵੀ ਹੈਵ ਟੂ ਟਾਈਪ ਆਫ ਇਮਿਊਨਿਟੀ। ਇੱਕ ਹੁੰਦੀ ਹੈ ਇਨੇਟ ਇਮਿਊਨਿਟੀ ਜਿਹੜੀ ਸਾਨੂੰ ਸਾਡੀ ਆਪਾਂ ਜਦੋਂ ਪੈਦਾ ਹੁੰਦੇ ਆ ਨਾ ਸਾਨੂੰ ਮਾਂ ਕੋਲੋਂ ਮਿਲਦੀ ਹੈ। ਇੱਕ ਹੁੰਦੀ ਹੈ ਇਨਵਾਇਰਮੈਂਟਲ ਇਮਿਊਨਿਟੀ ਜਿਹੜੀ ਸਾਨੂੰ ਇੱਥੋਂ ਦੀ ਬਿਕੋਜ਼ ਆਫ ਦਾ ਐਕਸਪੋਜ਼ਰ ਆਫ ਦਾ ਐਂਟੀਜਨ ਸਾਨੂੰ ਮਿਲਦੀ ਹੈ। ਸੋ ਜਦੋਂ ਅਸੀਂ ਕੋਵਿਡ ਦੇ ਵਿੱਚੋਂ ਦੀ ਗੁਜ਼ਰਦੇ ਹਾਂ, ਜਿਹੜੇ ਬੰਦੇ ਕੋਵਿਡ ਹੋ ਜਾਂਦਾ ਹੈ ਜੀ, ਸੋ ਡੈਫੀਨੇਟਲੀ ਦੇ ਡਿਵੈਲਪ ਦੈਟ ਇਮਿਊਨਿਟੀ। ਸੋ ਇਮਿਊਨਿਟੀ ਬੂਸਟਰ ਦਵਾਈਆਂ ਔਰ ਇਹਨਾਂ ਚੀਜ਼ਾਂ ਠੀਕ ਹੈ, ਇਹਨਾਂ ਦਾ ਸੇਵਨ ਕੀਤਾ ਜਾਏ ਪਰ ਬੜੀ ਲਿਮਿਟਿਡ ਮਾਤਰਾ ਦੇ ਵਿੱਚ ਕੀਤਾ ਜਾਏ। ਡੋਂਟ ਬੀ ਓਵਰਡੂ, ਮਤਲਬ ਆਪਾਂ ਚੀਜ਼ਾਂ ਨੂੰ ਓਵਰਡੂ ਨਹੀਂ ਕਰਨਾ ਕਿ ਆਪਾਂ ਉਹਨਾਂ ਚੀਜ਼ਾਂ ਉੱਤੇ ਸਟ੍ਰੈਸ ਦੇਣੀ ਹੈ। ਦੂਜੀ ਚੀਜ਼ ਜਿਹੜੇ ਮਾਈਲਡਰ ਪੇਸ਼ੈਂਟ ਹੈ ਜਿਨ੍ਹਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਸਿੰਪਟਮ ਨਹੀਂ ਰਹੇ ਨੇ, ਦੇ ਸ਼ੁੱਡ ਅਵਾਇਡ। ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਮੈਂ ਕਹਿਣਾ ਚਾਹੁੰਦਾ, ਕਿਉਂਕਿ 28 ਡੇਜ਼ ਜਿਹੜੇ ਨੇ ਨਾ, ਫਸਟ 28 ਡੇਜ਼ ਉਹ ਬਹੁਤ ਇੰਪੋਰਟੈਂਟ ਨੇ। ਪੋਸਟ ਕੋਵਿਡ 4 ਵੀਕਸ ਉਹਦੇ 'ਚ ਤੁਸੀਂ ਐਕਸਰਸਾਈਜ਼ ਜਿਹੜੀ ਹੈ, ਲੋਕੀ ਇਮੀਡੀਏਟਲੀ ਜਾ ਕੇ ਕਿ ਮੈਂ ਆਪਣੀ ਹੁਣ ਨਾ ਸਰੀਰ ਠੀਕ ਕਰ ਲਾਂ, ਮੈਂ ਬਿਲਕੁਲ ਸਵਸਥ ਹਾਂ, 28 ਡੇਜ਼ ਆਪਾਂ ਅਗਰੈਸਿਵ ਐਕਸਰਸਾਈਜ਼ ਨਹੀਂ ਕਰਨੀ। ਰਾਈਟ, ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ। ਅਬੇ ਲੋਕ ਕਹਿੰਦੇ ਵੀ ਮੈਂ ਠੀਕ ਹੋ ਗਿਆ ਤੇ ਮੈਂ ਉਹਨੇ ਇੱਕਦਮ ਜ਼ੋਰ ਲਗਾ ਲਿਆ। ਬਿਲਕੁਲ ਉਹ ਕਹਿੰਦੇ ਨੇ ਕਿ ਮੈਂ ਹੁਣ ਠੀਕ ਹਾਂ, ਮੈਂ ਆਪਣੀ ਜਿਹੜੀ ਪੁਰਾਣੀ ਫਿਜ਼ੀਕ ਹੈ ਜਾਂ ਪੁਰਾਣੀ ਸਟੈਮਿਨਾ ਉਹਨੂੰ ਮੈਂ ਹਾਸਿਲ ਕਰਨਾ ਚਾਹੁੰਦਾ, ਜਦ ਕਿ ਬਾਡੀ ਅੰਦਰੋਂ ਵੀਕ ਹੁੰਦੀ ਹੈ। ਯੈਸ। ਸੋ ਹੁਣ ਆ ਗਏ ਪੇਸ਼ੈਂਟ ਜਿਹੜੇ ਸਾਡੇ ਪੋਸਟ ਕੋਵਿਡ ਪੇਸ਼ੈਂਟ ਨੇ ਜਿਹੜੇ ਕਿ ਮੋਡਰੇਟ ਤੇ ਸੀਵੀਅਰ ਡਿਜ਼ੀਜ਼ ਚੋਂ ਨਿਕਲੇ ਨੇ ਔਰ ਉਹ ਸਰਵਾਈਵ ਕਰ ਗਏ ਨੇ। ਇਹਨਾਂ ਦੇ ਵਿੱਚ ਕੁਝ ਚੀਜ਼ਾਂ ਬੜੀਆਂ ਇੰਪੋਰਟੈਂਟ ਹੈ, ਲਾਈਕ ਦੇ ਕੈਨ ਹੈਵ ਬੋਡੀ ਏਕ, ਦੇ ਕੈਨ ਹੈਵ few patients like we got few patients ਜਿਹੜੇ ਕਿ 2-2 ਮਹੀਨੇ ਤੱਕਨ ਜਿਨ੍ਹਾਂ ਨੂੰ ਮਾਈਲਡ 99 ਫੀਵਰ ਤੱਕ ਰਹਿ ਰਿਹਾ ਹੈ, ਰਾਈਟ, ਐਂਡ ਦੇ ਆਰ ਹੈਵਿੰਗ not normal activity। ਹਾਰਟ ਡਿਜ਼ੀਜ਼ਸ ਇੰਕਰੀਜ਼ ਕਰ ਰਹੀਆਂ ਨੇ ਡੈਫੀਨੇਟਲੀ, ਬਿਕੋਜ਼ ਜਿਹੜਾ ਕੋਵਿਡ ਹੈ ਨਾ ਉਹਦਾ ਇੱਕ ਥ੍ਰੋਮਬੋਜੈਨਿਕ ਪੋਟੈਂਸ਼ੀਅਲ ਹੈ ਜਿਹੜਾ ਕਿ ਬਾਡੀ ਦੇ ਵਿੱਚ ਥ੍ਰੋਮਬੋਸਿਸ ਕ੍ਰੀਏਟ ਕਰ ਦਿੰਦਾ। ਉਹਦੇ ਕਰਕੇ ਡੈਫੀਨੇਟਲੀ ਹਾਰਟ ਡਿਜ਼ੀਜ਼ ਦਾ ਇਨਸੀਡੈਂਸ ਪੋਸਟ ਕੋਵਿਡ ਇੰਕਰੀਜ਼ ਕਰੇਗਾ। ਇੱਕ ਜਿਹੜਾ ਇੰਪੋਰਟੈਂਟ ਪੁਆਇੰਟ ਤੁਸੀਂ ਵਿੱਚ ਐਡ ਕੀਤਾ, ਡਾਇਬੀਟਿਕ ਪੇਸ਼ੈਂਟਸ। ਦੇਖੋ ਜਿਹੜਾ ਡੈਲਟਾ ਸਟ੍ਰੇਨ ਸੀਗਾ, ਇਹ ਸਟ੍ਰੇਨ ਬੜਾ ਮਿਊਟੇਡ ਸਟ੍ਰੇਨ ਸੀਗਾ ਔਰ ਇਹਨੇ ਪੈਨਕ੍ਰੀਆਸ ਉੱਤੇ ਬਹੁਤ ਬੁਰੇ ਤਰੀਕੇ ਨਾਲ ਪ੍ਰਹਾਰ ਕੀਤਾ। ਈਵਨ ਸਾਡੇ ਕੋਲ 5 to 6 ਕੇਸਿਸ ਸੀਗੇ ਜਿਹੜੇ ਪੈਨਕੇਟਾਈਟਿਸ ਵੀ ਨਾਲ ਲੈ ਕੇ ਆਏ ਸੀਗੇ ਅਲੋਂਗ ਵਿਦ ਕੋਵਿਡ, ਨਾਰਮਲ ਪੇਸ਼ੈਂਟਸ। ਸੋ ਇਹਨੇ ਪੈਨਕ੍ਰੀਆਸ ਉੱਤੇ ਬੜਾ ਪ੍ਰਹਾਰ ਕੀਤਾ ਜਿਹਦੇ ਕਰਕੇ ਪੇਸ਼ੈਂਟਸ ਲੈਂਡਡ ਇਨਟੂ ਡਾਇਬੀਟਿਸ। ਡੈਫੀਨੇਟਲੀ ਅਸੀਂ ਲੋਕ ਇਹਨੂੰ ਸਟੀਰੋਇਡ ਨੂੰ ਵੀ ਕਹਿ ਰਹੇ ਹਾਂ ਕਿ ਸਟੀਰੋਇਡ ਵੀ ਕਲਪ੍ਰਿਟ ਹੈ, ਬਟ ਦਿਸ ਇਜ਼ ਆਲਸੋ ਵਨ ਆਫ ਦਾ ਰੀਜ਼ਨ। ਅਗਲੀ ਚੀਜ਼ ਹੈ ਜਿਹੜੀ ਬਲੈਕ ਫੰਗਸ ਦੇ ਬਾਰੇ, ਉਹ ਵੀ ਮੈਂ ਮਾੜਾ ਜਿਹਾ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਬਲੈਕ ਫੰਗਸ ਦਾ ਜਿਹੜਾ ਰੀਜ਼ਨ ਹੈ, ਦੇਖੋ ਸਟੀਰੋਇਡਸ ਨੂੰ ਇੰਪਲੀਕੇਟ ਕਰਨਾ ਬਿਕੋਜ਼ ਇਟਸ ਅ ਈਜ਼ੀ ਟਾਰਗੇਟ। ਸਟੀਰੋਇਡਸ ਅਸੀਂ ਮਲਟੀਪਲ ਡਿਜ਼ੀਜ਼ 'ਚ ਯੂਜ਼ ਕਰਦੇ ਹਾਂ ਔਰ ਇੱਥੇ ਬੜਾ ਲਿਮਿਟਿਡ ਅਮਾਊਂਟ ਦੇ ਵਿੱਚ ਸਟੀਰੋਇਡ ਯੂਜ਼ ਹੋਇਆ, ਸੋ ਡੈਫੀਨੇਟਲੀ ਇਟ ਕੈਨ ਕੰਟਰੀਬਿਊਟ, ਬਟ ਅਲੋਂਗ ਵਿਦ ਦੈਟ ਜਿਹੜੀ ਵਾਇਰਲ ਮਿਊਟੇਸ਼ਨ ਹੈ ਉਹ ਇੱਕ ਬੜਾ ਵੱਡਾ ਇੰਪੋਰਟੈਂਟ ਰੋਲ ਪਲੇ ਕੀਤਾ ਹੈ ਬਲੈਕ ਫੰਗਸ ਦੇ ਵਿੱਚ। ਔਰ ਜਿਹੜੀ ਅਗਲੀ ਚੀਜ਼ ਹੈ ਉਹ ਹੈ ਕਿ ਮੇਬੀ ਪ੍ਰੋਬੇਬਲੀ ਇੰਡਸਟਰੀਅਲ ਆਕਸੀਜਨ ਨੇ ਥੋੜਾ ਬਹੁਤਾ ਕੰਟਰੀਬਿਊਟ ਕੀਤਾ। ਡਾਕਟਰ ਸਾਹਿਬ, ਇੱਕ ਹਾਰਟ ਅਟੈਕ ਦੇ ਪੇਸ਼ੈਂਟਸ ਕਾਫੀ ਵੱਧ ਗਏ, ਕਾਫੀ ਲੋਕ ਪੇਸ਼ੈਂਟਸ ਨੂੰ ਹਾਰਟ ਦੀ ਬਿਮਾਰੀ ਹੋ ਗਈ ਬਿਕੋਜ਼ ਆਫ ਆਫਟਰ ਕੋਵਿਡ ਇਫੈਕਟ ਆ ਰਹੇ, ਲੰਗਸ ਦੀ ਤਕਲੀਫ ਹੋ ਗਈ। ਕਿਆ ਉਹ ਠੀਕ ਹੋ ਜਾਣਗੇ ਵਿਦ ਦਾ ਪੈਸੇਜ ਆਫ ਟਾਈਮ ਜਾਂ ਉਹਨਾਂ ਨੂੰ ਪਰਮਾਨੈਂਟ ਮੈਡੀਸਿਨ ਖਾਣੀ ਪਏਗੀ? ਇਹਦੇ ਨਾਲ ਹੀ ਮੈਂ ਐਡ ਆਨ ਕਰ ਦਿੰਦਾ, ਇੱਕ ਸਵਾਲ ਹੋ ਰਿਹਾ, ਜਿਹੜੇ ਲੋਕ ਜਿਵੇਂ ਤੁਸੀਂ ਵੀ ਕਿਹਾ ਜਿਹੜੇ ਲੋਕ ਡਿਊਰਿੰਗ ਉਹਨਾਂ ਨੂੰ ਸਟੀਰੋਇਡ ਦਿੱਤੇ, ਉਹਨਾਂ ਨੂੰ ਡਾਇਬਟੀਜ਼ ਸ਼ੂਗਰ ਲੈਵਲ ਬਹੁਤ ਵੱਧ ਗਿਆ, ਕਿਆ ਉਹਨਾਂ ਨੂੰ ਵੀ तमाम ਉਮਰ ਹੁਣ ਸ਼ੂਗਰ ਦੀ ਮੈਡੀਸਿਨ ਖਾਣੀ ਪਏਗੀ ਆਪਣੀ ਸ਼ੂਗਰ ਕੰਟਰੋਲ ਕਰਨ ਵਾਸਤੇ ਜਾਂ ਉਹ ਕਦੇ ਠੀਕ ਹੋ ਜਾਣਗੇ? ਦੇਖੋ ਪਹਿਲੇ ਤੇ ਤੁਸੀਂ ਗੱਲ ਕੀਤੀ ਕਿ ਹਾਰਟ ਮਰੀਜ਼ ਜਿਹੜੀ ਡਿਜ਼ੀਜ਼ਸ ਹੈ ਉਹ ਇੰਕਰੀਜ਼ ਕਰ ਰਹੀਆਂ। ਕੋਵਿਡ ਦੀ ਜਿਹੜੀ ਡਿਜ਼ੀਜ਼ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਉਹਨੇ ਡੈਫੀਨੇਟਲੀ ਥ੍ਰੋਮਬੋਜੈਨਿਕ ਪੋਟੈਂਸ਼ੀਅਲ ਹੈ। ਥ੍ਰੋਮਬੋਜੈਨਿਕ ਮਤਲਬ ਕੀ ਹੈ ਕਿ ਕਲੌਟ ਬਣਾ ਦਿੰਦਾ ਹੈ, ਜਿਹੜੀ ਚੀਜ਼ ਸਾਡੀ ਬਾਡੀ ਦੇ ਵਿੱਚ ਨਾ ਏਜਿੰਗ ਹੁੰਦੀ ਹੈ। ਕਲੌਟ ਮਤਲਬ ਖੂਨ ਦੇ ਥੱਕੇ ਬਣਾ ਦਿੰਦਾ, ਬਲੱਡ ਖੂਨ ਦੇ ਧੱਬੇ ਬਣਾ ਦਿੰਦਾ। ਸਾਡੀ ਬਾਡੀ ਦੇ ਵਿੱਚ ਉਹ ਏਜਿੰਗ ਪ੍ਰੋਸੈਸ ਜਿਹੜਾ ਹੈ ਯੂ ਕੈਨ ਸੇ ਕਿ ਇਹਨੂੰ ਐਕਸਲਰੇਟ ਕਰ ਦਿੰਦੀ ਹੈ।
ਕੋਵਿਡ, ਬਿਕੋਜ਼ ਉਹ ਥ੍ਰੰਬੋਸਿਸ ਜਦੋਂ ਹੋ ਜਾਂਦਾ ਹੈ ਤੇ ਉੱਥੇ ਫਲੋ ਆਫ ਬਲੱਡ ਜਿਹੜਾ ਹੈ ਨਾ ਉਹ ਘਟ ਜਾਂਦਾ ਹੈ। ਉਸ ਦੇ ਕਰਕੇ ਕੁਝ ਪਰਸੈਂਟੇਜ ਆਫ ਪੇਸ਼ੈਂਟਸ ਦੇ ਜਿਹੜੇ ਕਿ ਬਾਰਡਰਲਾਈਨ ਸੀਗੇ, ਜਿਹੜੇ ਕਿ ਪਹਿਲੇ ਬਿਲਕੁਲ ਠੀਕ ਸੀਗੇ, ਦੇ ਕੈਨ ਹੈਵ ਕਾਰਡਿਕ ਪ੍ਰੋਬਲਮਸ, ਔਰ ਉਹਨਾਂ ਨੂੰ ਡੈਫੀਨੇਟਲੀ ਮੈਡੀਕਲ ਅਟੈਂਸ਼ਨ ਦੀ ਲੋੜ ਹੈ। ਉਹਨਾਂ ਨੂੰ ਕਿਸੇ ਮਤਲਬ ਦੇ ਸ਼ੁੱਡ ਡੈਫੀਨੇਟਲੀ ਕੰਸਲਟ देयर ਕਾਰਡੀਓਲੋਜਿਸਟ, ਐਂਡ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਹਜੇ ਤੱਕ ਆ ਰਹੀ ਹੈ ਜਾਂ ਜਿਹੜੇ ਹਜੇ ਵੀ ਲਾਈਕ ਥੋੜਾ ਚੱਲਦੇ ਨੇ ਤੇ ਉਹਨਾਂ ਨੂੰ ਸਾਹ ਦੀ ਪ੍ਰੋਬਲਮ, ਇਹ ਵੀ ਇੱਕ ਬੜਾ ਕਾਮਨ ਸਿੰਪਟਮ ਹੈ ਕਿ ਜੀ ਮੈਂ ਉਹ ਜਿਹਾ ਨਹੀਂ ਰਿਹਾ ਜਿਹੋ ਜਿਹਾ ਮੈਂ ਸੀਗਾ। ਸੋ ਡੈਫੀਨੇਟਲੀ ਦੇ ਸ਼ੁੱਡ ਕੰਟੈਕਟ देयर ਪਲਮਨੋਲੋਜਿਸਟ। ਤੁਹਾਡਾ ਸਵਾਲ ਸੀਗਾ ਕਿ ਇਹ ਦੋਨੋਂ ਬਿਮਾਰੀਆਂ ਜਿਹੜੀਆਂ ਨੇ ਇਹ ਟਾਈਮ ਦੇ ਨਾਲ ਠੀਕ ਹੋ ਜਾਣਗੀਆਂ। See, definitely few percentage of patients they will recover totally, and few percentage of patients ਜਿਹੜੇ ਕਿ already borderline ਸੀਗੇ they can carry on, ਔਰ ਉਹਨਾਂ ਨੂੰ ਮੈਡੀਸਿਨ ਖਾਣ ਦੀ ਲੋੜ ਪੈ ਸਕਦੀ ਹੈ ਜੀ। the same is true for diabetes also। ਹੁਣ ਜਿਹੜੇ ਤੇ severe disease ਦੇ ਵਿੱਚੋਂ ਦੀ ਨਿਕਲੇ ਨੇ ਔਰ ਉਹਨਾਂ ਦਾ ਡਾਇਬੀਟਿਕ ਗਲਾਈਸੀਮਿਕ ਕੰਟਰੋਲ ਇੰਨਾ ਵਧੀਆ ਨਹੀਂ ਰਿਹਾ, ਉਹਨਾਂ ਨੂੰ ਟਾਈਮ ਲੱਗੇਗਾ ਗਲਾਈਸੀਮਿਕ ਕੰਟਰੋਲ ਪੂਰਾ ਕੰਟਰੋਲ ਕਰਨ ਦੇ ਲਈ। ਸੋ ਇੱਕ ਚੰਗੇ ਡਾਇਬਟੋਲੋਜਿਸਟ ਦੀ ਕੰਸਲਟੇਸ਼ਨ ਇਜ਼ ਵੈਰੀ ਵੈਰੀ ਇੰਪੋਰਟੈਂਟ, ਐਂਡ ਮੈਡੀਸਿਨ ਜਿੰਨੀ ਦੇਰ ਤੱਕ ਤੁਹਾਡਾ ਸ਼ੂਗਰ ਲੈਵਲ ਨਹੀਂ ਕੰਟਰੋਲ ਹੁੰਦਾ, ਯੂ ਸ਼ੁੱਡ ਡੈਫੀਨੇਟਲੀ ਸਟਾਰਟ ਦਾ ਮੈਡੀਸਿਨ। ਡਾਕਟਰ ਸਾਹਿਬ, ਮਤਲਬ ਉਹਨਾਂ ਦੀ ਸ਼ੂਗਰ ਕੰਟਰੋਲ ਹੋ ਜਾਏਗੀ ਵਿਦ ਦੀ ਪੈਸੇਜ ਆਫ ਟਾਈਮ? ਸ਼ੂਗਰ ਕੰਟਰੋਲ ਹਜੇ ਤੇ ਦੇਖੋ ਮੈਡੀਸਿਨ ਨਾਲ ਹੀ ਹੋਏਗੀ, ਜੇ ਉਹਨਾਂ ਦੀ ਗਲਾਈਸੀਮਿਕ ਕੰਟਰੋਲ ਇੰਨਾ ਵਧੀਆ ਨਹੀਂ ਰਿਹਾ ਡਿਊਰਿੰਗ ਡਿਜ਼ੀਜ਼। So ultimately, like slowly with the proper, healthy medicines and along with the healthy lifestyle, they will have। ਡਾਕਟਰ ਸਾਹਿਬ, ਇੱਕ ਹੋਰ ਸਵਾਲ ਹੈ ਜੀ, ਕਿਆ ਲੋਕ ਹੁਣ ਜਿਵੇਂ ਤੁਹਾਡੇ ਕੋਲ ਟ੍ਰੀਟ ਕਰਾ ਕੇ ਕਾਫੀ ਸਾਰੇ ਲੋਕ ਗਏ ਹੈ, ਉਹ ਕਿਸ ਤਰ੍ਹਾਂ ਦੀ ਕੁਆਰੀਜ਼ ਲੈ ਕੇ ਆ ਰਹੇ ਤੁਹਾਡੇ ਕੋਲ? ਦੇਖੋ, ਜਿਹੜੀ ਸਭ ਤੋਂ ਕਾਮਨ ਕੁਐਰੀ ਤੇ ਇਹੋ ਹੈ ਬੈਕ ਪੇਨ, ਬਾਡੀ ਏਕ, ਐਂਡ ਫਿਊ ਪੇਸ਼ੈਂਟਸ ਆਰ ਹੈਵਿੰਗ ਫੀਵਰ। ਦੇਖੋ, ਜਿਨ੍ਹਾਂ ਨੂੰ ਪੋਸਟ ਕੋਵਿਡ ਹਾਰਟ ਅਟੈਕ ਹੋ ਰਿਹਾ ਉਹ ਤੇ ਸਿੱਧੇ ਐਮਰਜੈਂਸੀ 'ਚ ਲੈਂਡ ਕਰਦੇ ਨੇ। ਤਾਂ ਜਿਹੜੀ ਕੁਐਰੀਜ਼ ਦੱਸਣ ਵਾਲੇ ਨੇ ਸਭ ਤੋਂ ਜ਼ਿਆਦਾ ਕਾਮਨ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਨੇ ਉਹ ਇਹੋ ਨੇ ਕਿ ਆਈ ਐਮ ਨਾਟ ਫੀਲਿੰਗ ਬੈਟਰ, ਰਾਈਟ। ਉਹ ਇੱਕ ਸਭ ਤੋਂ ਵੱਡੀ ਹੈ। ਔਰ ਜਿਹੜੇ ਪੇਸ਼ੈਂਟ ਵੈਂਟੀਲੇਟਰ ਦੇ ਉੱਤੇ ਰਹਿ ਕੇ ਗਏ ਨੇ ਉਹਨਾਂ ਨੂੰ ਹਜੇ ਵੀ ਥੋੜੀ ਬਹੁਤੀ ਬ੍ਰੈਥਲੈਸਨੈਸ, ਔਰ ਇੱਕ ਬੜਾ ਇੰਪੋਰਟੈਂਟ ਸਿੰਪਟਮ ਆ ਰਿਹਾ ਹੈ ਕਿ ਜਦੋਂ ਪੇਸ਼ੈਂਟ ਉੱਠ ਰਿਹਾ ਹੈ ਉਹਨੂੰ ਆਰਥੋਸਟੈਟਿਕ ਹਾਈਪੋਟੈਂਸ਼ਨ ਹੋ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਐਜ਼ ਏ ਸਿੰਪਟਮਸ ਆ ਰਹੇ ਨੇ ਪੋਸਟ ਕੋਵਿਡ। ਡਾਕਟਰ ਸਾਹਿਬ, ਤੁਸੀਂ ਕੁਝ ਹੋਰ ਦੱਸਣਾ ਚਾਹੋ? ਕੁਝ ਨਹੀਂ, ਪਵਨ ਜੀ ਨੇ ਬੜਾ ਵਧੀਆ ਲਾਈਕ ਜਿਹੜਾ ਸਾਡਾ ਕੋਵਿਡ ਔਰ ਨੌਨ ਕੋਵਿਡ ਏਰੀਆ ਦੀ ਡਿਮਾਰਕੇਸ਼ਨ ਹੈ ਉਹਦੇ ਬਾਰੇ ਦੱਸਿਆ। ਡੈਫੀਨੇਟਲੀ ਜਿਹੜਾ ਲਾਈਕ EMC ਗਰੁੱਪ ਹੈ ਉਹ ਹਮੇਸ਼ਾ ਹੀ ਕੁਆਲਿਟੀ ਸਰਵਿਸਿਜ਼ ਦੇਣ ਦੇ ਲਈ ਜਾਣਿਆ ਗਿਆ ਹੈ, ਔਰ ਅਸੀਂ ਅੱਗੇ ਵੀ ਆਪਣੀ ਕੁਆਲਿਟੀ ਸਰਵਿਸਿਜ਼ ਨੂੰ ਕੰਟੀਨਿਊ ਰੱਖਾਂਗੇ। ਔਰ ਜਿਹੜੀਆਂ ਕਿ ਨੌਨ ਕੋਵਿਡ ਸਰਵਿਸਿਜ਼ ਹੈ ਔਰ ਕੋਵਿਡ ਸਰਵਿਸਿਜ਼ ਹੈ ਉਹ ਦੋਨੋਂ। ਬਟ ਇੱਕ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਵੀ ਸ਼ੁੱਡ ਰਿਸਪੈਕਟ ਦਿਸ ਵਾਇਰਸ ਸਟਿਲ। ਆਪਾਂ ਨੂੰ ਹਜੇ, ਮੈਂ ਇਹ ਟਰਮ ਬਹੁਤ ਪਹਿਲੇ ਤੋਂ ਕਹਿ ਰਿਹਾ ਸਾਰਿਆਂ ਨੂੰ ਕਿ ਇਸ ਵਾਇਰਸ ਦੀ ਇੱਜ਼ਤ ਕਰੋ, ਬਿਕੋਜ਼ ਵੀ ਕੈਨੋਟ ਸੇ ਕਿ ਅੱਜ ਜੇ ਠੱਲ ਪੈ ਗਈ ਹੈ, ਜੇ ਕੇਸਿਸ ਘੱਟ ਹੋ ਗਏ ਨੇ, ਸੋ ਵੀ ਸ਼ੁੱਡ ਲੋਅਰ ਆਵਰ ਗਾਰਡ, ਬਿਕੋਜ਼ ਜੇ ਕੱਲ੍ਹ ਨੂੰ ਥਰਡ ਵੇਵ ਵੀ ਆਉਂਦੀ ਹੈ ਸੋ ਵੀ ਸ਼ੁੱਡ ਐਟਲੀਸਟ ਹੈਵ ਏ ਲਾਈਫ ਸਟਾਈਲ, ਜਿਹੜਾ ਲਾਈਫ ਸਟਾਈਲ ਸਾਨੂੰ ਆਉਣ ਵਾਲੇ ਟਾਈਮ 'ਚ ਚੇਂਜ ਕਰਨਾ ਹੀ ਪਏਗਾ ਬਿਕੋਜ਼ ਆਫ ਕੋਵਿਡ। ਇੱਕ ਵੈਕਸੀਨੇਸ਼ਨ ਜ਼ਰੂਰ ਲਗਵਾ ਲਓ। ਵੈਕਸੀਨੇਸ਼ਨ ਇਜ਼ ਦਾ ਓਨਲੀ ਆਨਸਰ ਸਰ। ਵੈਕਸੀਨੇਸ਼ਨ ਇੱਕੋ ਹੀ ਆਨਸਰ ਹੈ। ਜੇ ਲਾਈਕ ਆਪਾਂ ਥਰਡ ਵੇਵ ਨੂੰ ਚਾਹੁੰਦੇ ਆ ਕਿ ਥਰਡ ਵੇਵ ਨਾ ਆਵੇ ਔਰ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕੀਏ, ਤਾਂ ਉਹਦਾ ਤਰੀਕਾ ਇਸ ਵੇਲੇ ਅਰਾਊਂਡ 6 to 8% ਇੰਡੀਅਨ ਪੋਪੂਲੇਸ਼ਨ ਡੂਅਲ ਵੈਕਸੀਨ ਹੋਈ ਹੈ। ਸੋ ਡੈਫੀਨੇਟਲੀ ਸਿੰਗਲ ਵੈਕਸੀਨ ਤੇ ਜ਼ਿਆਦਾ ਪੋਪੂਲੇਸ਼ਨ ਹੋ ਚੁੱਕੀ ਹੈ। ਸੋ ਵੀ ਹੈਵ ਟੂ ਰੀਚ ਅ ਟਾਰਗੇਟ ਟਿਲ ਜਦੋਂ ਇਹ ਆਣੀ ਹੈ ਨਾ, ਅਗਲੇ 3 ਮਹੀਨੇ ਬਾਅਦ ਸਾਰੇ ਤਿਉਹਾਰ ਸ਼ੁਰੂ ਹੋਣੇ ਨੇ, ਉਸ ਤੋਂ ਪਹਿਲੇ तक एक बारी इंडिया शुड बी वैक्सीनेटेड मोर देन 40 to 45% के थर्ड वेव ना आवे। धन्यवाद हमारे साथ बात करने के लिए। ये हमारा था विशेष कार्यक्रम, हम लाए थे लोगों के लिए जो जिन्हें कोरोना हुआ है और वो ठीक हो चुके हैं, और जिन्हें कोरोना नहीं हुआ है उन्हें कोरोना से डर लग रहा है। पवन जी ने बताया कि किस तरह एक ही छत के नीचे अलग अलग 2 विंग बनाए गए थे जहाँ पर कोविड और नॉन कोविड का इलाज किया जा रहा था। डॉक्टर
पंकज सोनी ने ये बताया है कि किस तरह मरीज अभी भी क्वारीज इनके पास लेकर आ रहे हैं और मरीजों को किन किन चीज़ों की सावधानियां रखनी है। इन्होंने वैक्सीनेशन ही एकमात्र हल बताया है। जो लोग योग्य हो चुके हैं वैक्सीनेशन लगवाने के लिए, वे घबराएं नहीं, क्योंकि वैक्सीनेशन पूरी तरह से सुरक्षित है। अमृतसर से D4 न्यूज़ के लिए दीपक भंडारी की खास रिपोर्ट।